ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਆਸਾ ਰਾਗ ਦੇ ਵਿੱਚ ਮਹੱਲੇ 5ਵੇਂ ਦੀ ਬਾਣੀ। ਕੱਲ੍ਹ ਆਪਾਂ ਵਿਚਾਰ ਕਰ ਰਹੇ ਸੀ ਕਿ ਜਿਹੜਾ ਜੀਵ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਸਾਰਾ ਕੁਝ ਛੱਡ ਕੇ, ਉਸ ਨੂੰ ਫਿਰ ਮਾਇਆ ਨਹੀਂ ਵਿਆਪਦੀ। ਸਗਲ ਤਿਆਗ ਹਰ ਸਰਨੀ ਆਇਆ। ਸਾਰਾ ਕੁਝ ਛੱਡ ਕੇ ਪ੍ਰਭੂ ਦੀ ਸ਼ਰਨ ਵਿੱਚ ਆ ਗਿਆ, ਹਰੀ ਦੀ ਸ਼ਰਨ ਵਿੱਚ ਆ ਗਿਆ। ਤਿਸ ਜਨ ਕਹਾਂ ਵਿਆਪੈ ਮਾਇਆ। ਫਿਰ ਇਹ ਮਾਇਆ ਜਿਹੜੀ ਇਹ ਨਹੀਂ ਵਿਆਪਦੀ, ਜਿਹੜੀ ਤ੍ਰੈਗੁਣ ਮਾਇਆ ਹੈ। ਨਾਮ ਨਿਧਾਨ ਜਾ ਕੇ ਮਨ ਮਾਹੇ। ਜਿਨ੍ਹਾਂ ਦੇ ਮਨ ਦੇ ਵਿੱਚ ਨਾਮ ਦਾ ਖਜ਼ਾਨਾ ਵਸ ਗਿਆ, ਤਿਸ ਕੋ ਚਿੰਤਾ ਸੁਪਨੇ ਨਾ ਹੈ। ਉਸ ਨੂੰ ਫਿਰ ਸੁਪਨੇ ਵਿੱਚ ਵੀ ਚਿੰਤਾ ਨਹੀਂ, ਕਿਉਂਕਿ ਸਭ ਤੋਂ ਵੱਡਾ ਖਜ਼ਾਨਾ ਨਾਮ ਹੈ। ਕਹੋ ਨਾਨਕ ਗੁਰ ਪੂਰਾ ਪਾਇਆ, ਪਰਮ ਮੋਹ ਸਗਲ ਬੇਨਸਾਇਆ। ਤੇ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਪੂਰਾ ਗੁਰ ਦੀ ਪ੍ਰਾਪਤੀ ਹੋ ਗਈ, ਪੂਰੇ ਗੁਰ ਨੂੰ ਪਾ ਲਿਆ। ਪੂਰੇ ਗੁਰ ਨੇ ਸਾਡਾ ਸਾਰਾ ਹੀ ਭਰਮ ਮੋਹ, ਸਾਰਾ ਕੁਛ ਹੀ ਨਾਸ ਕਰ ਦਿੱਤਾ, ਵਿਨਾਸ਼ ਹੋ ਗਿਆ। ਇਹ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅੱਗੇ ਚੱਲਦੇ ਹਾਂ। ਅਗਲਾ ਸ਼ਬਦ ਹੈ ਆਸਾ ਮਹੱਲਾ 5ਵਾਂ। ਆਸਾ ਰਾਗ ਦੇ ਵਿੱਚ ਮਹੱਲੇ 5ਵੇਂ ਦਾ ਸ਼ਬਦ। ਰਹੋ ਪੰਕਤੀਆਂ ਨੇ। ਸੁਣ ਸੁਣ ਜੀਵਾ ਸੋਏ ਤੁਮਾਰੀ, ਮੋਹਿ ਨਿਰਗੁਣ ਕੋ ਲਿਹੋ ਉਦਾਰੀ। ਸਮਝਾਉਂਦੇ ਨੇ ਰਹੋ ਪੰਕਤੀਆਂ ਦੇ ਵਿੱਚ ਕਿ ਮੈਂ ਨਿਰਗੁਣ ਸੀ, ਪਰ ਮੈਨੂੰ ਉਦਾਰ ਲਿਆ ਹੈ ਮਾਲਿਕ ਨੇ। ਹੁਣ ਮੇਰਾ ਜੀਵਨ ਕੀ ਹੈ? ਉਸ ਪ੍ਰਭੂ ਦੀ ਵਿਚਾਰ ਨੂੰ ਸੁਣ ਕੇ, ਉਸ ਪ੍ਰਭੂ ਦੇ ਉਪਦੇਸ਼ ਨੂੰ ਸੁਣ ਕੇ ਹੀ ਮੇਰਾ ਜੀਵਨ ਹੈ। ਸੁਣ ਸੁਣ ਜੀਵਾਂ ਸੋਏ ਤੁਮਾਰੀ। ਪ੍ਰਭੂ ਨੂੰ ਆਪਾਂ ਕਿਵੇਂ ਸੁਣ ਸਕਦੇ ਹਾਂ? ਪ੍ਰਭੂ ਸਾਡੇ ਹਿਰਦੇ 'ਚ ਵੀ ਵਸਦਾ ਹੈ, ਸਾਡੇ ਨਾਲ ਵੀ ਗੱਲਾਂ ਕਰ ਲੈਂਦਾ ਹੈ, ਪਰ ਬੋਲ ਕੇ ਨਹੀਂ, ਵਿਚਾਰਾਂ ਦੇ ਵਿੱਚ, ਫੁਰਨੇ ਦੇ ਵਿੱਚ, ਤੇ ਜਾਂ ਫਿਰ ਸਾਧੂ ਜਨਾਂ ਦੀ ਰਸਨਾ ਤੋਂ ਬੋਲਦਾ ਹੈ। ਉੱਥੇ ਅੱਖਰਾਂ ਦੇ ਵਿੱਚ ਵੀ ਬੋਲਦਾ ਹੈ, ਆਪਾਂ ਉਸ ਨੂੰ ਵੀ ਸੁਣ ਲੈਂਦੇ ਹਾਂ। ਉੱਥੇ ਵੀ ਆਪਾਂ ਉਹਦੇ ਬਚਨਾਂ ਨੂੰ ਸੁਣ ਸਕਦੇ ਹਾਂ। ਜਿੱਥੇ ਮਹਾਰਾਜ ਸਮਝਾਉਂਦੇ ਨੇ ਪ੍ਰਭੂ ਜੀ ਬਸੈ ਸਾਧ ਕੀ ਰਸਨਾ। ਸੋ ਉਹਨਾਂ ਦੇ ਬਚਨਾਂ ਨੂੰ ਸੁਣ ਕੇ ਫਿਰ ਜੀਵਨ ਹੈ ਜਦੋਂ ਆਪ ਨਿਰਗੁਣ ਉਦਾਰ ਲੈਂਦਾ ਹੈ। ਸਾਨੂੰ ਨਿਰਗੁਣ ਨੂੰ ਉਦਾਰ ਲੈਂਦਾ ਹੈ, ਸਾਡੇ ਗੁਣਾਂ ਤੇ ਹੀਣਿਆਂ ਨੂੰ ਆਪ ਉਦਾਰ ਲੈਂਦਾ ਹੈ। ਕਿਉਂਕਿ ਜਦ ਤੱਕ ਸਾਨੂੰ ਉਦਾਰਦਾ ਨਹੀਂ, ਸਾਨੂੰ ਆਪਣਾ ਗਿਆਨ ਨਹੀਂ ਕਰਵਾਉਂਦਾ, ਉਨੀ ਦੇਰ ਸਾਨੂੰ ਇਹ ਬਾਣੀ ਸਮਝ ਹੀ ਨਹੀਂ ਆਉਂਦੀ। ਜੇ ਸਮਝ ਹੀ ਨਾ ਆਈ, ਫਿਰ ਅਸੀਂ ਸੁਣਾਂਗੇ ਕੀ ਪੜ੍ਹਾਂਗੇ? ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਆ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜੋ ਮਿਲਿਆ ਹੀ ਨਾ, ਸਹਿਜ ਦਾ ਗਿਆਨ ਹੀ ਨਾ ਹੋਇਆ, ਫਿਰ ਪੜ੍ਹੇ ਗੁਣ ਨਾਲ ਕਿਆ ਹੋਏਗਾ? ਜਿਹਨੂੰ ਬਾਬਾ ਰਵਿਦਾਸ ਜੀ ਵੀ ਸਮਝਾਉਂਦੇ ਨੇ, ਪੜ੍ਹੀਐ ਗੁਣੀਐ ਨਾਮ ਸਭ ਸੁਣੀਐ, ਨਿਰਭਉ ਭਉ ਨਹੀਂ ਦਰਸੈ। ਪਰ ਉਸਦੇ ਦਰਸ਼ਨ ਨਹੀਂ ਹੁੰਦੇ। ਲੋਹਾ ਹਿਰਨ ਕੰਚਨ ਹੋਏ ਕੈਸੇ, ਜੋ ਪਾਰਸੇ ਨਾ ਪਰਸੈ। ਕਹਿੰਦੇ ਜਿੰਨੀ ਦੇਰ ਲੋਹਾ ਪਾਰਸ ਦੇ ਨਾਲ ਛੂੰਹਦਾ ਨਹੀਂ, ਉਸਨੂੰ ਪਰਸ ਨਹੀਂ ਕਰਦਾ, ਸਪਰਸ਼ ਨਹੀਂ ਕਰਦਾ,
ਸੋਨਾ ਨਹੀਂ ਬਣ ਸਕਦਾ। ਇੱਦਾਂ ਹੀ ਜਦੋਂ ਤੱਕ ਸਾਡਾ ਧਿਆਨ ਉਸ ਦੇ ਦਰਸ਼ਨ ਨਹੀਂ ਕਰਦਾ, ਸਾਡਾ ਮਨ ਵੀ ਪ੍ਰਕਾਸ਼ ਰੂਪ ਨਹੀਂ ਹੋ ਸਕਦਾ। ਇਸ ਕਰਕੇ ਸਮਝਾਉਂਦੇ ਨੇ, ਫਿਰ ਜੀਵ ਉਹਨਾਂ ਦੀ ਸੁਣ ਕੇ, ਪ੍ਰਭੂ ਦੀ ਸੁਣ ਕੇ ਜੀਵਦਾ ਹੈ, ਕਿਉਂਕਿ ਫਿਰ ਉਸ ਦੀ ਸਾਨੂੰ ਸਮਝ ਆਉਂਦੀ ਹੈ। ਇਹ ਰਹੋ ਪੰਕਤੀਆਂ ਨੇ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ। ਪਰ ਇੱਕ ਤਾਂ ਹੀ ਆ ਜਦੋਂ ਖੁਸ਼ ਹੁੰਦਾ ਹੈ ਪ੍ਰਭੂ, ਵੀ ਜਦੋਂ ਮੇਰਾ ਪ੍ਰਭੂ ਖੁਸ਼ ਹੋ ਗਿਆ ਤਾਂ ਦੁੱਖ ਭਰਮ ਕਹੋ ਕੈਸੇ ਨੇਰਾ। ਜਦੋਂ ਉਸਨੇ ਆਪਾ ਜਨਾਈ ਦਿੱਤਾ ਸਾਨੂੰ, ਉਹ ਖੁਸ਼ ਹੋ ਗਿਆ। ਕਦੋਂ ਜਨਾਉਂਦਾ ਹੈ? ਜਦੋਂ ਖੁਸ਼ ਹੁੰਦਾ ਹੈ। ਤਿਸੈ ਬਜਾਵੇ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਜਦੋਂ ਖੁਸ਼ ਹੋ ਗਿਆ ਉਸ ਨੂੰ ਬੁਝਾ ਦਿੰਦਾ ਹੈ। ਜਦੋਂ ਬੁਝਾ ਦਿੱਤਾ ਫਿਰ ਉਸ ਦੇ ਨੇੜੇ ਦੁੱਖ ਭਰਮ ਨਹੀਂ ਆ ਸਕਦਾ। ਤਾਂ ਦੁੱਖ ਭਰਮ ਕਹੋ ਕੈਸੇ ਨੇਰਾ। ਕਹਿੰਦੇ ਕਿਵੇਂ ਨੇੜੇ ਆ ਸਕਦਾ ਹੈ ਉਹਨਾਂ ਦੇ? ਨਾ ਭਰਮ ਦੂਰ ਆਵੇ, ਨੇੜੇ ਆਵੇ, ਅਤੇ ਨਾ ਉਹਨਾਂ ਨੂੰ ਦੁੱਖ ਆਵੇ। ਮਿਟ ਗਈ ਦੁੱਖ ਵਿਸਾਰੀ ਚਿੰਤਾ। ਦੁੱਖ ਵੀ ਮਿਟ ਗਿਆ ਅਤੇ ਚਿੰਤਾ ਵੀ ਵਿਸਾਰ ਦਿੱਤੀ। ਚਿੰਤਾ ਵੀ ਖਤਮ ਹੋ ਗਈ। ਕਿਸ ਨੇ? ਗੁਰ ਦੇ ਗਿਆਨ ਨੇ। ਜਦੋਂ ਸੁਣ ਲਿਆ, ਜਦੋਂ ਆਪ ਮੈਨੂੰ ਉਧਾਰ ਲਿਆ ਪ੍ਰਭੂ ਨੇ। ਫਲ ਪਾਇਆ ਜਪ ਸਤਿਗੁਰ ਮੰਤਾ। ਪਰ ਇਹ ਫਲ ਪਾਇਆ ਕਿਵੇਂ? ਇਹ ਫਲ ਪ੍ਰਾਪਤ ਕਿਵੇਂ ਹੋਇਆ? ਸਤਿਗੁਰ ਦੇ ਮੰਤਰ ਦਾ ਗਿਆਨ ਲੈ ਕੇ, ਸਤਿਗੁਰ ਦੇ ਮੰਤਰ ਦੀ ਸੋਝੀ ਲੈ ਕੇ, ਸਾਧੂ ਜਨਾਂ ਦੇ ਕੋਲ ਜਾ ਕੇ ਉਸ ਸਤਿਗੁਰ ਦੇ ਮੰਤਰ ਨੂੰ ਜਪਿਆ। ਜਿਵੇਂ ਆਪਾਂ ਰੋਜ਼ ਸੁਣਦੇ ਹਾਂ, ਬਾਅਦ ਦੇ ਵਿੱਚ ਸੁਣ ਕੇ ਧਿਆਨ ਲਗਾਉਂਦੇ ਹਾਂ। ਹਰ ਰੋਜ਼ ਜੀਵਾਂ ਦਾ ਜਿਹੜੇ ਧਿਆਉਂਦੇ ਨੇ, ਅਤੇ ਸਵੇਰੇ ਵੀ ਸ਼ਾਮ ਨੂੰ ਵੀ ਆਪਾਂ ਲੋਚਦੇ ਹਾਂ ਕਿ ਆਓ ਧਿਆਨ ਲਗਾਉਂਦੇ ਹਾਂ। ਜਿਵੇਂ ਜਿਵੇਂ ਸੁਣਦੇ ਹਾਂ ਉਵੇਂ ਧਿਆਨ ਲਗਾਉਂਦੇ ਹਾਂ। ਇੱਦਾਂ ਹੀ ਗੁਰਸਿੱਖਾਂ ਨੇ, ਭਗਤਾਂ ਨੇ ਇੱਦਾਂ ਹੀ ਅਵਸਥਾ ਦੇ ਵਿੱਚ ਵਿਚਰੇ, ਅਤੇ ਕਹਿੰਦੇ ਫਿਰ ਸਤਿਗੁਰ ਦਾ ਮੰਤਰ ਨੂੰ ਕਮਾ ਕੇ ਫਿਰ ਇਹ ਫਲ ਪਾਇਆ, ਜਿਹਦੇ ਨਾਲ ਦੁੱਖ ਖਤਮ ਹੋ ਗਿਆ, ਚਿੰਤਾ ਖਤਮ ਹੋ ਗਈ। ਸੋਈ ਸਤ ਹੈ ਸੋਏ। ਫਿਰ ਸਾਨੂੰ ਸੋਝੀ ਹੋ ਗਈ ਕਿ ਇੱਕ ਪਰਮੇਸ਼ਰ ਹੀ ਸਤ ਹੈ। ਉਸੇ ਦਾ ਗਿਆਨ ਹੋ ਗਿਆ। ਉਸ ਤੋਂ ਬਿਨਾਂ ਸਭ ਕੁਛ ਝੂਠ ਹੈ। ਜੇ ਸੱਚ ਹੈ ਤਾਂ ਪਰਮੇਸ਼ਰ ਹੈ। ਸਿਮਰ ਸਿਮਰ ਰੱਖ ਕੰਠ ਪਰੋਏ। ਕਹਿੰਦੇ ਹੁਣ ਉਸੇ ਦਾ ਸਿਮਰਨ, ਉਸੇ ਨੂੰ ਪਰੋ ਲਿਆ ਹੈ ਕੰਠ ਦੇ ਵਿੱਚ, ਉਸ ਗਿਆਨ ਨੂੰ ਮਨ ਦੇ ਵਿੱਚ ਵਸਾ ਲਿਆ ਹੈ। ਅਤੇ ਹੁਣ ਆਪਣੇ ਆਪ ਨੂੰ ਹੀ ਜੀਵ ਪਹਿਲਾਂ ਗਿਆਨ ਦਿੰਦਾ, ਉਪਦੇਸ਼ ਦਿੰਦਾ ਹੈ। ਬੋਲ ਕੇ ਸੁਣਾਉਣਾ ਤਾਂ ਪਹਿਲਾਂ ਬਾਅਦ ਦੀਆਂ ਗੱਲਾਂ ਨੇ, ਦੂਰ ਦੀਆਂ। ਸਭ ਤੋਂ ਪਹਿਲਾਂ ਅਸੀਂ ਆਪਣੇ ਮਨ ਨੂੰ ਹੀ ਸਮਝਾਉਂਦੇ ਹਾਂ, ਅੰਦਰ ਹੀ ਬੋਲਦੇ ਹਾਂ। ਕਿਉਂਕਿ ਜੇ ਸਾਡਾ ਮਨ ਪ੍ਰਥਮੇ ਮਨ ਪ੍ਰਬੋਧ ਹੈ ਆਪਣਾ ਪਾਛੈ ਅਵਰ ਰਿਜਾਵੈ। ਕਹੋ ਨਾਨਕ ਕੌਣ ਉਹ ਕਰਮਾ। ਹੁਣ ਸਮਝਾਉਂਦੇ ਨੇ ਵੀ ਕੌਣ ਹੈ ਉਹ ਜਿਹੜਾ ਇਸ ਅਵਸਥਾ 'ਚ ਵਿਚਰਦਾ ਹੈ, ਜਿਸ ਦਾ ਚਿੰਤਾ ਖਤਮ ਹੋ ਗਈ, ਜਿਸ ਦਾ ਸਤਿਗੁਰ ਦੇ ਮੰਤਰ ਨੂੰ ਜਪਿਆ, ਜਿਸ ਦਾ ਦੁੱਖ ਖਤਮ ਹੋ ਗਿਆ। ਕੌਣ ਹੈ ਉਹ ਐਸਾ? ਕਹੋ ਨਾਨਕ ਕੌਣ ਉਹ ਕਰਮਾ। ਤੇ ਅੱਗੇ ਜਵਾਬ ਦੇ ਦਿੱਤਾ, ਜਾ ਕੇ ਮਨ ਵਸਿਆ ਹਰ ਨਾਮ। ਜਿਹਦੇ ਮਨ ਦੇ ਵਿੱਚ ਹਰੀ ਦਾ ਨਾਮ ਵਸ ਗਿਆ, ਉਹ ਫਿਰ ਉਹਨਾਂ ਦੀ ਸੁਣ ਕੇ ਜੀਵਦੇ ਹਾਂ, ਕਿਉਂਕਿ ਉਹਨਾਂ ਦਾ ਕਰਮ ਹੈ। ਉਸ ਨੂੰ ਪ੍ਰਭੂ ਨੇ ਕਰਮ ਦੇ ਵਿੱਚ ਲਾਇਆ ਹੈ। ਜਿਨ੍ਹਾਂ ਨੂੰ ਕਰਮ ਦੇ ਵਿੱਚ ਲਾਉਂਦਾ, ਉਸ ਦੇ ਨਾਮ ਦੇ ਬਾਰੇ ਆਖਦੇ ਨੇ। ਹੋਰ ਤੇ ਸੁਣਾਂਗੇ ਸਾਡੀ ਗਤ ਨਹੀਂ ਹੁੰਦੀ, ਕਿਉਂਕਿ ਹੋਰ ਕੋਲ ਹੈ ਨਹੀਂ। ਜਿਸ ਨੂੰ ਆਪ ਪ੍ਰਭੂ ਨੇ ਕਰਮ ਚਲਾਇਆ ਹੈ, ਉੱਥੇ ਸੁਣਾਂਗੇ, ਫਿਰ ਸਾਡਾ ਅੱਗੇ ਪ੍ਰਵਾਨ ਹੁੰਦਾ ਹੈ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨਾਹੀਂ ਥਾਉ। ਹੋਰ ਨਹੀਂ, ਜਿਹਨੂੰ ਕਰਮ ਮਿਲਿਆ ਹੈ ਉਹਦੇ ਨਾਮ ਦੇ ਬਾਰੇ ਆਖਦਾ ਹੈ, ਜਿਸ ਨੂੰ ਸੁਣ ਕੇ ਆਪਾਂ ਤਰ ਸਕਦੇ ਹਾਂ।
ਉਹੀ ਹੈ ਜਿਹਦੇ ਮਨ ਦੇ ਵਿੱਚ ਵਸਿਆ ਹੈ ਪਹਿਲਾਂ। ਉਹ ਫਿਰ ਇੱਕ ਕਰਮ ਕਰਦਾ, ਉਸ ਨੂੰ ਕਰਮਾ ਕਹਿ ਦਿੱਤਾ ਹੈ। ਕਰਮ ਕਰਨ ਵਾਲੇ ਨੂੰ ਕਰਮਾ ਕਹਿ ਦਿੰਦੇ ਨੇ। ਆਓ ਅਗਲਾ ਸ਼ਬਦ ਹੈ ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ। ਰਹੋ ਪੰਕਤੀਆਂ ਨੇ। ਸੋਏ ਰਹੇ ਮਾਇਆ ਮਦ ਮਾਤੇ, ਜਾਗਤ ਭਗਤ ਸਿਮਰਤ ਹਰ ਰਾਤੇ। ਵੀ ਇੱਕ ਉਹ ਜੀਵ ਨੇ ਜਿਹੜੇ ਸੁੱਤੇ ਨੇ ਮਾਇਆ ਦੇ ਨਸ਼ੇ ਦੇ ਵਿੱਚ, ਮਾਇਆ ਦੇ ਨਸ਼ੇ ਦੇ ਵਿੱਚ ਮਸਤ ਨੇ। ਮਾਇਆ ਕਿੱਥੋਂ ਸ਼ੁਰੂ ਹੋ ਜਾਂਦੀ? ਸਰੀਰ ਤੋਂ। ਸਰੀਰ, ਜੋਬਨ, ਧਨ ਦੌਲਤ, ਧੀਆਂ ਪੁੱਤਰ, ਪਰਿਵਾਰ, ਸਭ ਕੁਛ ਇਹ ਮਾਇਆ ਹੈ। ਮਨ ਇੱਥੇ ਸੌ ਜਾਂਦਾ ਹੈ। ਮਨ ਸੋਇਆ ਮਾਇਆ ਬਿਸਮਾਤ। ਮਾਇਆ ਦੇ ਨਸ਼ੇ ਦੇ ਵਿੱਚ ਮਨ ਸੌ ਜਾਂਦਾ ਹੈ ਤੇ ਸੌ ਰਹੇ ਨੇ। ਸਾਰਾ ਸੰਸਾਰ ਸੁੱਤਾ ਹੈ। ਸੁੱਤਰੇ ਅਸੰਖ ਮਾਇਆ ਝੂਠੀ ਕਰਨੇ। ਤੇ ਸਮਝਾਉਂਦੇ ਨੇ, ਕਹਿੰਦੇ ਸੋਏ ਰਹੇ ਮਾਇਆ ਮਦ ਮਾਤੇ। ਕਹਿੰਦੇ ਸੋਤੇ ਪਏ ਨੇ, ਸੋ ਰਹੇ ਨੇ। ਕੌਣ? ਜਿਹੜੇ ਮਾਇਆ ਦੇ ਨਸ਼ੇ ਦੇ ਵਿੱਚ ਨੇ, ਮਸਤ ਨੇ ਮਾਇਆ ਦੇ ਨਸ਼ੇ ਦੇ ਵਿੱਚ। ਜਾਗਤ ਭਗਤ ਸਿਮਰਤ ਹਰ ਰਾਤੇ। ਤੇ ਜਾਗਦਾ ਕੌਣ ਹੈ? ਜਿਹੜੇ ਭਗਤ ਨੇ, ਜਿਹੜੇ ਸਿਮਰਤ ਕਰਕੇ ਹਰੀ ਦੇ ਵਿੱਚ ਰੱਤੇ ਹੋਏ ਨੇ, ਜਿਹੜੇ ਉਹਦੇ 'ਚ ਸਮਾ ਗਏ ਨੇ, ਉਹ ਜਾਗਦੇ ਨੇ, ਉਹਦੇ ਭਗਤ। ਬਾਕੀ ਸਾਰਾ ਸੰਸਾਰ ਮਾਇਆ ਦੇ ਨਸ਼ੇ ਦੇ ਵਿੱਚ ਸੁੱਤਾ ਹੈ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਕਿਵੇਂ ਸੁੱਤੇ ਨੇ? ਕਾਮ ਕ੍ਰੋਧ ਅਹੰਕਾਰ ਵਿਗੂਤੇ। ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਹੰਕਾਰ ਦੇ ਵਿੱਚ, ਇਹਨਾਂ 'ਚ ਫਸ ਕੇ ਜੀਵ ਸੌਂ ਗਿਆ ਹੈ। ਕਿਉਂਕਿ ਇਹ ਨਸ਼ਾ ਹੈ ਮਨ ਨੂੰ, ਜਿੱਥੇ ਆ ਕੇ ਮਨ ਨੂੰ ਇਹ ਸਲਾਹ ਦਿੰਦੇ ਨੇ, ਹਰ ਸਿਮਰਨ ਕਰ ਹਰ ਜਨ ਛੁੱਟੇ। ਹੁਣ ਇਹਨਾਂ ਤੋਂ ਕੌਣ ਛੁੱਟਦਾ? ਹਰੀ ਦੇ ਜਨ ਨੇ, ਜਿਹੜੇ ਹਰੀ ਦਾ ਸਿਮਰਨ ਕਰਕੇ ਉਹ ਇਹਨਾਂ 'ਚੋਂ ਛੁੱਟਦੇ ਨੇ, ਕਾਮ ਕ੍ਰੋਧ ਹੰਕਾਰ ਤੋਂ। ਨਹੀਂ ਤਾਂ ਸਾਰਾ ਸੰਸਾਰ ਇਹਨਾਂ ਦੇ ਜਾਲ 'ਚ ਫਸਿਆ ਹੈ। ਇਹਨਾਂ ਨੇ ਸੁਲਾ ਦਿੱਤਾ ਹੈ ਸਾਡੇ ਮਨ ਨੂੰ। ਕਿਹਨੂੰ ਕਿਹਨੂੰ ਸਲਾਹ ਦਿੰਦੇ ਨੇ? ਇਹ ਮਨ ਦੇ ਜਿਹੜੇ ਸਲਾਹਕਾਰ ਨੇ, ਜਿਹੜੇ ਗਿਆਨ ਇੰਦਰੇ ਨੇ, ਜਿਨ੍ਹਾਂ ਦੇ ਵਿੱਚ ਨੇਤਰ ਨੇ, ਕਰਨ ਨੇ, ਰਸਨਾ ਹੈ, ਇਹਨਾਂ ਨੂੰ ਵੀ ਨਾਲ ਸੁਲਾ ਦਿੰਦਾ। ਕਿਉਂਕਿ ਮਨ ਤਾਂ ਹੀ ਸੌਂਦਾ ਹੈ। ਜਿਵੇਂ ਆਪਾਂ ਵੀ ਸਰੀਰ ਕਰਕੇ ਸੌਂਦੇ ਹਾਂ। ਕਦੋਂ ਸੌਂਦੇ ਹਾਂ? ਸਾਡੀ ਜੀ ਰਸਨਾ ਵੀ ਚੁੱਪ ਹੋ ਜਾਂਦੀ, ਸੌਂ ਜਾਂਦੀ, ਬੋਲਦੀ ਨਹੀਂ, ਕੰਨ ਵੀ ਸੁਣਦੇ ਨਹੀਂ ਤੇ ਨੇਤਰ ਵੀ ਦੇਖਦੇ ਨਹੀਂ। ਉਦੋਂ ਆਪਾਂ ਤਨ ਕਰਕੇ ਸੌਂ ਜਾਂਦੇ ਹਾਂ। ਇੱਦਾਂ ਹੀ ਇੱਥੇ ਜਿਹੜੇ ਗਿਆਨ ਇੰਦਰੇ, ਜਦੋਂ ਮਨ ਸੌਂਦਾ ਹੈ, ਇਹ ਵੀ ਸੌਂਦੇ ਨੇ। ਪਹਿਲਾਂ ਇਹ ਸੌਂਦੇ ਨੇ, ਫਿਰ ਮਨ ਸੌਂਦਾ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਨੈਣੀ ਨੀਂਦ ਪਰ ਦ੍ਰਿਸ਼ਟ ਵਿਕਾਰ। ਕਰਨ ਸੋਏ ਲੋਭ ਕਰਨ ਸੁਰਨਿੰਦ, ਸਰਵਨ ਸੋਏ ਸੁਰਨਿੰਦ ਵਿਚਾਰ। ਵੀ ਕੰਨ ਸੌਂ ਗਏ ਨਿੰਦਿਆ ਦੀ ਵਿਚਾਰ ਸੁਣ ਕੇ। ਰਸਨਾ ਸੋਈ ਲੋਭ ਮੀਠੇ ਸਾਧ। ਰਸਨਾ ਸੌਂ ਗਈ ਸੁਆਦਾਂ ਦੇ ਵਿੱਚ। ਮਨ ਸੋਇਆ ਮਾਇਆ ਬਿਸਮਾਰ। ਮਨ ਸੌਂ ਗਿਆ ਮਾਇਆ ਦੇ ਨਸ਼ੇ ਦੇ ਵਿੱਚ। ਇੱਦਾਂ ਇਹ ਸਲਾਹ ਦਿੰਦੇ ਨੇ ਸਾਡੇ ਗਿਆਨ ਇੰਦਰੀਆਂ ਨੂੰ ਵੀ ਤੇ ਮਨ ਨੂੰ ਵੀ। ਮੋਹ ਭਰਮ ਬਹੁ ਜੋਨ ਪਵਾਇਆ। ਮੋਹ ਦੇ ਵਿੱਚ, ਭਰਮ ਦੇ ਵਿੱਚ ਜੀਵ ਸੌਂ ਜਾਂਦਾ ਹੈ ਤੇ ਇਸੇ ਕਰਕੇ ਇਹ ਬਾਰ-ਬਾਰ ਜੂਨਾਂ ਦੇ ਵਿੱਚ ਭਰਮਦਾ ਹੈ। ਇੱਕ ਵਾਰੀ ਨਹੀਂ, ਇੱਕ ਜੂਨ ਦੇ ਵਿੱਚ ਨਹੀਂ, 84 ਲੱਖ ਜੂਨ ਦੇ ਵਿੱਚ ਇੱਕ ਵਾਰੀ ਨਹੀਂ ਭਰਮੇ ਆਪਾਂ। ਪਤਾ ਨਹੀਂ ਕਿੰਨੀ ਕੁ ਵਾਰੀ ਇਹਨਾਂ ਜੂਨਾਂ ਦੇ ਵਿੱਚ ਹੀ ਹੋ ਕੇ ਆਏ ਹਾਂ। ਫਿਰ ਆਪਾਂ ਮਨੁੱਖ ਵੀ ਬਣੇ। ਪਤਾ ਨਹੀਂ ਕਿੰਨੀ ਕੁ ਵਾਰੀ ਆਪਾਂ ਇਸ ਜਾਮੇ ਵਿੱਚ ਵੀ ਆ ਚੁੱਕੇ ਹਾਂ, ਪਰ ਮੁਕਤ ਨਹੀਂ ਹੋਏ। ਕਿਉਂਕਿ ਜੇ ਮੁਕਤ ਹੋਏ ਹੁੰਦੇ ਤੇ ਅੱਜ ਆਪਾਂ ਇਸ ਜਾਮੇ 'ਚ ਨਾ ਬੈਠੇ ਹੁੰਦੇ। ਮਹਾਰਾਜ ਸਮਝਾਉਂਦੇ ਨੇ, ਕੇਤੇ ਮਾਤ ਪਿਤਾ ਸੁਤ ਧੀਆ, ਕੇਤੇ ਗੁਰ ਚੇਲੇ ਫੁਨ ਹੁਆ, ਕਾਚੇ ਗੁਰ ਤੇ ਮੁਕਤ ਨਾ ਹੁਆ। ਕੇਤੀ ਨਾਰ ਵਰ ਏਕ ਸਮਾਲ, ਗੁਰਮੁਖ ਮਰਨ ਜੀਵਨ ਪ੍ਰਭ ਨਾਲ। ਦਇਆ ਦਿਸ ਟੂਰ ਕਰੇ ਮੈਂ ਪਾਇਆ, ਮੇਲ ਪਿਆ ਸਤਿਗੁਰੂ ਮਿਲਾਇਆ।
ਹੁਣ ਦੱਸਦੇ ਵੀ ਹੁਣ ਮੇਲ ਹੋ ਗਿਆ, ਪਰ ਹੋਇਆ ਕਿਵੇਂ? ਸਤਿਗੁਰੂ ਨੇ ਪਹਿਲਾਂ ਢੂੰਡਦੇ ਬਾਹਰ ਰਹੇ, ਫਿਰ ਘਰ 'ਚ ਹੀ ਮਿਲਾਪ ਹੋ ਗਿਆ। ਪਰ ਪਹਿਲਾਂ ਮੁਕਤ ਨਹੀਂ ਹੋਏ। ਜੇ ਪਹਿਲਾਂ ਮੁਕਤ ਹੋ ਜਾਂਦੇ ਤੇ ਆਪਾਂ ਹੁਣ ਇਸ ਜਨਮ ਦੇ ਵਿੱਚ ਨਾ ਹੁੰਦੇ। ਅਸਥਿਰ ਭਗਤ ਹਰ ਚਰਨ ਤੇ ਆਇਆ। ਹਾਂ, ਮੈਂ ਕਹਿੰਦੇ ਸਥਿਰ ਕੌਣ ਹੈ? ਭਗਤ ਹਰੀ ਦਾ। ਪਰ ਕਦੋਂ? ਕਿਹੜਾ ਭਗਤ? ਜਿਹੜੇ ਹਰੀ ਦੇ ਚਰਨਾਂ ਨੂੰ ਧਿਆਇਆ ਹੈ, ਜਿਨ੍ਹਾਂ ਨੇ ਆਪਣਾ ਚਿੱਤ ਹਰੀ ਦੇ ਚਰਨਾਂ ਦੇ ਵਿੱਚ ਜੋੜਿਆ ਹੈ, ਗੁਰ ਦੇ ਵਿੱਚ ਜੋੜਿਆ ਹੈ, ਨਾਮ ਦੇ ਵਿੱਚ ਜੋੜਿਆ ਹੈ। ਬੰਧਨ ਅੰਧ ਕੂਪ ਗ੍ਰਹਿ ਮੇਰਾ। ਹੁਣ ਬੰਧਨ ਕਿੱਥੇ ਹੈ ਮਨ ਨੂੰ? ਕਿੱਥੇ? ਕਿਹੜੇ ਬੰਧਨਾਂ 'ਚ? ਅੰਧਕੂਪ ਦੇ, ਜਿੱਥੇ ਜੀਵ ਕਹਿੰਦਾ ਹੈ ਗ੍ਰਹਿ ਮੇਰਾ ਹੈ, ਘਰ ਮੇਰਾ ਹੈ, ਸਰੀਰ ਮੇਰਾ ਹੈ, ਪਰਿਵਾਰ ਮੇਰਾ ਹੈ, ਧਨ ਦੌਲਤ ਮੇਰੀ ਹੈ, ਮੇਰੀ ਮੇਰੀ ਬੰਧਨ ਬਾਂਧਿਆ। ਮੇਰੀ ਮੇਰੀ 'ਚ ਫਸ ਕੇ ਹੀ ਜੀਵ ਬੰਧਨਾਂ ਦੇ ਵਿੱਚ ਬੰਧਿਆ ਜਾਂਦਾ ਹੈ। ਮੁਕਤੇ ਸੰਤ ਬੁੱਝੇ ਹਰ ਨੇਰਾ। ਲੇਕਿਨ ਸੰਤ ਮੁਕਤ ਹੋ ਜਾਂਦੇ ਨੇ। ਕਿਹੜੇ? ਜਿਨ੍ਹਾਂ ਨੇ ਹਰੀ ਨੂੰ ਨੇੜੇ ਬੁੱਝ ਲਿਆ, ਜਿਨ੍ਹਾਂ ਨੇ ਹਰੀ ਨੂੰ ਬੁੱਝ ਲਿਆ, ਜਾਣ ਲਿਆ। ਉਹ ਕੀ ਕਹਿੰਦੇ? ਵੀ ਮੇਰਾ ਨਹੀਂ, ਜੋ ਵੀ ਹੈ ਪਰਮੇਸ਼ਰ ਦਾ ਹੈ, ਮੇਰਾ ਕੁਛ ਵੀ ਨਹੀਂ ਮੇਰੇ 'ਚ, ਜੋ ਹੈ ਤੇਰਾ ਹੈ, ਤੈਨੂੰ ਸੌਂਪ ਦਿੱਤਾ, ਇਸ ਕਰਕੇ ਤੇਰਾ ਹੈ। ਪਰ ਜੋ ਸਾਨੂੰ ਲੋੜ ਹੈ ਅਸੀਂ ਕਿਸ ਤੋਂ ਮੰਗਾਂਗੇ? ਤੇਰੇ ਤੋਂ, ਕਿਸੇ ਤੋਂ ਨਹੀਂ ਮੰਗਾਂਗੇ, ਮੰਗ ਕੇ ਲਵਾਂਗੇ। ਜੇ ਆਪ ਨਹੀਂ ਦੇਂਗਾ ਅਸੀਂ ਮੰਗ ਲਵਾਂਗੇ। ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਵੂ ਤਾਂ ਲੇਵੂ ਮੰਗੇ। ਜੇ ਤੂੰ ਦੇਂਗਾ ਨਹੀਂ ਅਸੀਂ ਮੰਗ ਕੇ ਲਵਾਂਗੇ। ਵੈਸੇ ਮੰਗਣ ਦੀ ਲੋੜ ਨਹੀਂ ਪੈਂਦੀ, ਆਪ ਹੀ ਸਾਨੂੰ ਦੇ ਦਿੰਦਾ ਹੈ, ਕਿਉਂਕਿ ਉਹ ਜਾਣਦਾ ਹੈ। ਸੋ ਇਸ ਕਰਕੇ ਉਸ ਦਾ ਹੈ, ਉਸੇ ਤੋਂ ਮੰਗਾਂਗੇ। ਮੰਗਤੇ ਹਾਂ ਆਪਾਂ ਸਾਰੇ ਉਸ ਦੇ ਮੰਗਤੇ ਹਾਂ। ਪਰ ਕੋਈ ਕੁਛ ਮੰਗਦਾ ਹੈ, ਕੋਈ ਕੁਛ ਮੰਗਦਾ ਹੈ। ਜੋ ਕੋਈ ਕੁਛ ਮੰਗਦਾ ਉਸ ਨੂੰ ਮਿਲਦਾ ਵੀ ਹੈ। ਅਤੇ ਜਿਹੜੇ ਭਗਤ ਨੇ ਉਹ ਕੀ ਮੰਗਦੇ ਨੇ? ਜਾਚਕ ਜਾਂ ਜਾਚੈ ਪ੍ਰਵਦਾਨ, ਕਰ ਕਿਰਪਾ ਦੇਵੋ ਹਰ ਨਾਮ। ਜਿਹੜੇ ਜਾਚਕ ਨਾਮ ਦੇ ਨੇ ਉਹ ਕੀ ਮੰਗਦੇ ਨੇ? ਕਿ ਸਾਨੂੰ ਕਿਰਪਾ ਕਰਕੇ ਨਾਮ ਦੇਵੋ। ਸਾਧ ਜਨਾ ਕੀ ਮੰਗੂ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੂੰ, ਸਾਸ ਸਾਸ ਪ੍ਰਭ ਤੁਮੇ ਧਿਆਵੂੰ। ਚਰਨ ਕਮਲ ਸਿਓ ਲਾਗੈ ਪ੍ਰੀਤ, ਭਗਤ ਕਰੂੰ ਪ੍ਰਭ ਕੀ ਨਿਤ ਨੀਤ। ਏਕ ਓਟ ਏਕਾ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਇਸ ਕਰਕੇ ਉਹ ਮੰਗਦੇ ਨੇ ਨਾਮ। ਜਿਹੜੇ ਦੂਜੀਆਂ ਵਸਤਾਂ ਮੰਗਦੇ ਨੇ ਉਹਨਾਂ ਨੂੰ ਦੂਜੀਆਂ ਵੀ ਮਿਲਦੀਆਂ ਨੇ, ਪਰ ਉੱਥੇ ਫਿਰ ਜੀਵ ਬੰਧਨ ਦੇ ਵਿੱਚ ਪੈ ਜਾਂਦਾ ਹੈ। ਇਸ ਕਰਕੇ ਸਮਝਾਉਂਦੇ ਨੇ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਕਹੋ ਨਾਨਕ ਜੋ ਪ੍ਰਭ ਸਰਨਾਈ। ਹੁਣ ਸਤਿਗੁਰੂ ਸਮਝਾਉਂਦੇ ਨੇ ਸਾਨੂੰ ਕਿ ਜਿਹੜਾ ਪ੍ਰਭੂ ਦੀ ਸ਼ਰਨ ਦੇ ਵਿੱਚ ਹੈ, ਜਿਸ ਨੇ ਉਹਨੂੰ ਨੇੜੇ ਪੁੱਜ ਲਿਆ ਹੈ, ਜਿਹੜਾ ਉਹਦੀ ਸ਼ਰਨ ਦੇ ਵਿੱਚ ਵਸਦਾ ਹੈ, ਇਹਾਂ ਸੁਖ ਆਗੈ ਗਤ ਪਾਈ। ਉਹ ਲੋਕ 'ਚ ਵੀ ਸੁਖੀ ਹੈ ਕਿ ਉਸ ਦਾ ਮੈਂ ਮੇਰਾ ਖਤਮ ਹੈ, ਅਤੇ ਅੱਗੇ ਉਸ ਨੂੰ ਗਤ ਪ੍ਰਾਪਤ ਹੁੰਦੀ ਹੈ। ਦਰਗਾਹ ਦੇ ਵਿੱਚ ਵੀ ਉਸ ਨੂੰ ਮਾਨ ਮਿਲਦਾ ਹੈ, ਟੋਈ ਮਿਲਦੀ ਹੈ, ਇੱਜ਼ਤ ਮਿਲਦੀ ਹੈ। ਲੋਕ 'ਚ ਵੀ ਸੁਖੀ ਅਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਜਿਹੜੇ ਪ੍ਰਭੂ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਨੇ, ਜਿਹੜੇ ਮਾਇਆ ਤੱਕ ਸੀਮਤ ਨੇ, ਜਿਹੜੇ ਇੱਥੇ ਨਸ਼ੇ ਮਾਇਆ ਦੇ ਵਿੱਚ ਸੁੱਤੇ ਰਹਿੰਦੇ ਨੇ, ਅਤੇ ਉਹ ਫਿਰ 84 ਲੱਖ ਜੂਨ ਪਵਾਉਂਦੇ ਨੇ, ਜਿਹਨੇ ਪ੍ਰਭੂ ਨੂੰ ਨੇੜੇ ਨਹੀਂ ਬੁੱਝਿਆ। ਕਿਉਂਕਿ ਮੁਕਤ ਕਿਹਨੇ ਹੋਣਾ? ਜਿਹਨੇ ਨੇੜੇ ਜਾਣ ਲਿਆ। ਮੁਕਤੇ ਸੰਤ ਬੁੱਝੇ ਹਰ ਨੇਰਾ, ਜਿਨ੍ਹਾਂ ਨੇ ਹਰੀ ਨੂੰ ਨੇੜੇ ਦੇਖ ਲਿਆ। ਕਿਉਂਕਿ ਦਰਗਾਹ ਦੇ ਵਿੱਚ ਉਹ ਹੀ ਪ੍ਰਵਾਨ ਹੁੰਦੇ ਨੇ ਜਿਹੜੇ ਉਹਨੂੰ ਨੇੜੇ ਦੇਖਦੇ ਨੇ। ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਾਹ ਪ੍ਰਵਾਨ। ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਜੀ ਪਰੈ। ਸੋ ਆਓ ਅਗਲਾ ਸ਼ਬਦ, ਆਸਾ ਮਹੱਲਾ ਪੰਜਵਾਂ।
ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਤੂੰ ਮੇਰਾ ਕਰਤਾ ਹਉ ਸੇਵਕ ਤੇਰਾ। ਜਿਹਨਾਂ ਪ੍ਰਭੂ ਨੂੰ ਨੇੜੇ ਪੁੱਜ ਲਿਆ, ਜਿਹੜੇ ਪ੍ਰਭੂ ਦੀ ਸ਼ਰਨ ਦੇ ਵਿੱਚ ਚਲੇ ਗਏ, ਜਿਵੇਂ ਪਿਛਲੇ ਸ਼ਬਦ ਵਿੱਚ ਆਪਾਂ ਵਿਚਾਰ ਕੇ ਆਏ ਹਾਂ। ਜਿਹੜਾ ਜਾਗਦਾ ਹੈ, ਜਿਹੜਾ ਪ੍ਰਭੂ ਨੂੰ ਦੇਖਦਾ ਹੈ, ਉਹ ਪ੍ਰਭੂ ਨੂੰ ਕੀ ਕਹਿੰਦਾ ਹੈ, ਪ੍ਰਭੂ ਦੇ ਅੱਗੇ ਕਿਹੜੀ ਬੇਨਤੀ ਕਰਦਾ ਹੈ ਕਿ ਤੂੰ ਮੇਰਾ ਕਰਤਾ, ਤੂੰ ਕਰਤਾ ਪੁਰਖ ਹੈ, ਤੂੰ ਮੈਨੂੰ ਕਰਨ ਵਾਲਾ ਹੈ, ਤੂੰ ਮੇਰੇ ਤੋਂ ਸਾਰਾ ਪਾਲਣਹਾਰ ਹੈ, ਤੂੰ ਕਰਨਹਾਰ ਹੈ। ਹਉ ਸੇਵਕ ਤੇਰਾ, ਮੈਂ ਤੇਰਾ ਸੇਵਕ ਹਾਂ। ਤੂੰ ਕਰਤਾ ਪੁਰਖ ਹੈ, ਮੈਂ ਤੇਰਾ ਸੇਵਕ ਹਾਂ। ਸ਼ਰਨ ਗਹੀ ਪ੍ਰਭ ਗੁਣੀ ਗਹਿਰਾ। ਹੇ ਪ੍ਰਭੂ, ਹੇ ਗੁਣਾਂ ਦੇ ਸਾਗਰ, ਤੇਰੀ ਸ਼ਰਨ ਪ੍ਰਾਪਤ ਕਰ ਲਈ ਹੈ, ਤੇਰੀ ਸ਼ਰਨ 'ਚ ਆ ਗਏ ਹਾਂ। ਤੂੰ ਕਰਤਾ ਹੈ ਅਤੇ ਮੈਂ ਤੇਰਾ ਸੇਵਕ ਹੈ, ਕਿਉਂਕਿ ਕਰਾਉਣਾ ਤੂੰ ਹੈ, ਮਾਲਕ ਤੂੰ ਹੈ। ਜਿਵੇਂ ਤੂੰ ਚਲਾਏਂਗਾ ਉਵੇਂ ਮੈਂ ਚੱਲਾਂਗਾ। ਕਿਉਂਕਿ ਸੇਵਕ ਨੇ ਮਾਲਕ ਦੀ ਗੱਲ ਮੰਨਣੀ ਹੁੰਦੀ ਹੈ, ਸੇਵਕ ਨੇ ਠਾਕੁਰ ਦੀ ਗੱਲ ਨੂੰ ਮੰਨਣਾ ਹੈ। ਬੇਸ਼ੱਕ ਸਤਿਗੁਰੂ ਜੀ ਇੱਥੇ ਇਹ ਵੀ ਕਹਿ ਗਏ ਸਾਨੂੰ ਕਿ ਪਰਮੇਸ਼ਰ ਜਿਹੜਾ ਹੈ ਆਪਣੇ ਸੇਵਕਾਂ ਦੇ ਨਾਲ ਹੀ ਸੰਸਾਰ 'ਚ ਪ੍ਰਗਟ ਹੁੰਦਾ ਹੈ, ਆਪਣੇ ਸੇਵਕਾਂ ਦੁਆਰਾ ਹੀ ਪ੍ਰਗਟ ਹੁੰਦਾ ਹੈ। ਇਸ ਕਰਕੇ ਜੋ ਕੁਛ ਠਾਕੁਰ ਦਾ ਹੁੰਦਾ ਉਹ ਸੇਵਕ ਦਾ ਵੀ ਹੈ। ਜੋ ਠਾकुर का सो सेवक का। ਠਾकुर सेवक ही संग जाहर जियो। क्योंकि सेवकां दे नाल वो प्रगट है ते उन्हां द्वारा संसार दे विच प्रगट हुंदा है, जीवां दे अंदर प्रगट हुंदा है। वो करता है सेवक, मैं तेरा सेवक हाँ। तू गुणा दा समुंदर है, अथाह समुंदर है, तेरी शरण दे विच आ गए हाँ। तू मेरा तरंग हम मीन तुम्हारे। तू तरंग है मेरी, पानी दी लहरां हाँ। क्योंकि जिउं जिउं लहरां आउंदियां पानी वधदा है, मच्छी नूं आनंद आउंदा है। मच्छी ने जिधर तो लहर आउंदी उस पासे नूं चलदी है, खुश हुंदी है। इदां ही परमेश्वर तरंग है, किहड़ा लहर है, समुंदर है, ते आपां विच मच्छी हाँ, जिन्हां ने जान लिया प्रभु नूं कि तू मेरा तरंग हम मीन तुम्हारे। असीं तेरे मच्छी हाँ, तू समुंदर है, सागर है, दरिया है, विशाल है। तू मेरा ठाकुर हम तेरे द्वारे। तू मेरा ठाकुर है, असी तेरे द्वारे हाँ, तेरे दर ते हाँ। क्योंकि तू मालिक है, तू ठाकुर है, तू सागर दी न्याई है, असी मच्छी दी न्याई हाँ। पर है तेरे तू साडा है। तू मेरा जीवन, तू आधार, तू ही मेरा जीवन है। जो प्रभु दे नाल मिलाप हो जाता है, फिर जिमें एक पुत्र ते पिता दी गल हुंदी है संसार दे विच, इदां ही इत्थे प्रभु दे नाल उहदे भगत उस प्रभु नूं कहंदे ने, उहदे नाल गल्लां करदे ने कि तू मेरा जीवन है, तू मेरा आधार है, तू मेरा ठाकुर है, मैं तेरे द्वारे ते हाँ। तुझे पेख बिगसै कौलार। हुण तैनूं देख के ही मेरा मन बिगसदा है। जिवें सूरज नूं देख के कमल दा फुल खिड़ जांदा है, ऐदां ही तेरे दर्शन करके ही मेरा मन कमल दे फुल दी तरह खिड़दा है, बिगसदा है। तू मेरी गत पत तू परवान। तू मेरी गत भी है ते पत भी है। इस करके तेरे करके ही मैं परवान हाँ, तेरी दर शरण दे विच। क्योंकि तू ही सारा कुछ है, तू ही मेरा मालिक है, तू ही मेरा,
तू मेरो पिता, तू है मेरो माता, तू मेरो बंधप, तू मेरो भराता, तू मेरा राखा सबनी थाई। तां पौ के हाकाड़ा जियो। जदों प्रभु दे सन्मुख हो जाते हाँ फिर सारा कुछ वो है। उसे दे नाल गल्लां ने, हरनामे नाल गल्लां, हरनामे नाल मसलत, हर नाम हमरी करदा नित सारा, वही संभाल करता है। तू मेरी गत पत तू प्रवान, तू समर्थ मैं तेरा तान। क्योंकि तू समर्थ है ते मैं तेरा आसरा तक्या है, इस करके तेरे करके मैं, मेरी गत है तेरे घर दे विच प्रवान हाँ ते पत मिलती है। अन दिन जपूं नाम गुणतास, नानक की प्रभ अरदास। ते बस मंगदा की है उदा जन उस तो। बस प्रभु एक ही अरदास है तेरे चरनां दे विच कि अन दिन तेरे नाम नूं जपदा रवां। एक ही मंग है जिसनों आपां चौपई साहिब दी बाणी दे विच भी पढ़दे हाँ, बेनती करदे हाँ। हमरी करो हाथ दे रक्षा, पूर्ण होए चित्त की इच्छा, तब चरणन मन रहे हमारा, अपना जान करो फिर तुपारा। तुम्हें छाड़ को अवर ना त्याऊं, जो बार चाहूं सो तुम ते पाऊं। बस उसे नूं तेरी ही सिर्फ सलाह करते रहिए, जो कुछ पाइए ते तो पाइए, तेरे चरनां दे विच जुड़े रहिए। एक ही अरदास है, नानक की प्रभ अरदास, अन दिन जपूं नाम गुणदास। तेरा नाम जपू, तेरे गुणा दे खजाने नूं अन दिन जपां, यही मेरी बेनती है। पर कदों करदा है? जदों सन्मुख हो जाते हाँ। जदों असीं जाणे ही नहीं फिर असीं किहदे अगे बेनतियां करदे? आपां बेनती कित्थे करदे? गुरु ग्रंथ साहिब दे अगे खड़ के। सिख कित्थे बेनती करदे ने? गुरु ग्रंथ साहिब दे अगे खड़ के। ते गुरु ग्रंथ साहिब जी की कह रहे ने कि ਜਿਹੜੇ प्रभु दे अगे अरदास करते, उन्हां दा 3 गुणां दा जिहड़ा ताप चढ़िया है, 3 गुणां दा, ये उन्हां दा प्रभु उतार देंदा है। पर जिहड़े प्रभु दे अगे अरदास करते ने, तीने ताप निवारण हारा, दुख हंता सुख रास, ताको विघ्न न को लागै, जाकी प्रभ आगे अरदास। ते प्रभु दे अगे अरदास करते कोई जरूरी नहीं भी असी बोल के करनी है, क्योंकि बिन बोलिया भी जानदा। साडे चित्त च होवेगा असी की मंगते हाँ, उस जानदा है। उसनूं कोई बोल के स्पीकर ला के जिमें करते हाँ, ये नहीं है। साडे फुरना आया तो प्रभु कोल पहुँच गया, बोलन की लोड़ नहीं है। अगला शब्द आसा महला 5वां। आसा राग दे विच महले 5वें दा शब्द है। रहो पंक्तियां ने, को मूआ का कै कर गावन। किसी दे घर कोई मर जाता है तो किसी दे घर खुशियां हुंदियां गाउंदे ने। को रोवै को हस हस पावन। जिहदे घर कोई मौत हो जाती वो रोंदे ने, जिहदे घर विच खुशियां हुंदियां ने वो हसदे ने। क्योंकि जिहदे घर दे विच सोग हुंदा उत्थे रोंदे ने, सोग मनाउंदे ने। जिथे खुशियां दा माहौल हुंदा उत्थे खुशियां करदे ने। यह आम ही सारिਆਂ ਦੇ है ही दिखता। ਉਹ गुरु साहब जी भी सानू समझा रहे ने। रोवण हारा झूठ कमाना। जिहड़ा रोवण हारा भी आ वो भी झूठ ही कमा रहा है, क्योंकि रोंदा किस वास्ते है? माया वास्ते। जे कोई मर गया किस वास्ते रोंदा है? कि बंदा मर गया, ये वधिया कर्म करदा सी, साडा गुजारा चलदा सी, सानू बच्चों नू पालदा सी। गुरु साहब ये नहीं कहा भी तुसी रो ना, तुसी रोवो, पर इस करके ना रोवो कि बंदा चले गया, सानू कौन सांभेगा, बच्चों नू कौन पालेगा।
ਤੁਸੀਂ ਇਹ ਰੋਵੋ ਕਿ ਬੰਦਾ ਚਲੇ ਗਿਆ, ਇਨਸਾਨ ਚਲੇ ਗਿਆ, ਪਰ ਜਿਸ ਕਾਰਜ ਵਾਸਤੇ ਆਇਆ ਸੀ ਉਹ ਕਾਰਜ ਨਹੀਂ ਕੀਤਾ। ਜਿਹਨੇ ਆਪਣਾ ਕਾਰਜ ਪੂਰਾ ਕਰ ਲਿਆ ਉਹਦੇ ਵਾਸਤੇ ਫਿਰ ਸਾਨੂੰ ਰੋਣਾ ਨਹੀਂ ਚਾਹੀਦਾ। ਜਿਹਨੇ ਆਪਣੇ ਘਰ ਨੂੰ ਪ੍ਰਾਪਤ ਕਰ ਲਿਆ ਉਹਦੇ ਵਾਸਤੇ ਨਹੀਂ ਰੋਣਾ ਚਾਹੀਦਾ। ਰੋਣਾ ਕੀ ਵਾਸਤੇ ਹੈ? ਬਾਬਾ ਕਬੀਰ ਜੀ ਸਮਝਾਉਂਦੇ ਨੇ, ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਬਾਪਰੇ ਜੇ ਹਾਟੇ ਹਾਟ ਬੇਕਾਏ। ਹੁਣ ਨਾ ਗਿਆਨ ਹੋਣ ਕਰਕੇ ਰੋਵਣ ਹਾਰੇ ਵੀ ਝੂਠੇ ਨੇ, ਕਿਉਂਕਿ ਮਾਇਆ ਕਰਕੇ ਹੀ ਰੋਂਦੇ ਨੇ। ਹੱਸ ਹੱਸ ਸੋਗ ਕਰਤ ਬੇਗਾਨਾ, ਤੇ ਉੱਪਰੋਂ ਰੋਂਦੇ ਨੇ, ਦੂਜੇ ਵੀ ਜਾਂਦੇ ਨੇ ਬੇਗਾਨੇ ਦੇ ਘਰ ਸੋ ਕਰਨ ਜਾਂਦੇ ਨੇ, ਅੰਦਰੋਂ ਹੱਸਦੇ ਨੇ। ਆਪਾਂ ਦੇਖਦੇ ਹਾਂ, ਸਾਰੇ ਜਾਂਦੇ ਹਾਂ, ਮ੍ਰਿਤਕਾਂ ਦੇ ਘਰ ਵਿੱਚ ਵੀ ਜਾਂਦੇ ਹਾਂ, ਕਈ ਤਾਂ ਉੱਥੇ ਬੈਠੇ ਹੱਸੀ ਜਾਂਦੇ ਨੇ ਗੱਲਾਂ ਮਾਰ ਮਾਰ ਕੇ। ਆਏ ਸੋ ਕਰਨ ਨੇ, ਤੇ ਕਈ ਉੱਪਰੋਂ ਸੋ ਕਰਦੇ ਨੇ, ਅੰਦਰੋਂ ਖੁਸ਼ ਹੁੰਦੇ ਨੇ। ਜੇ ਕੋਈ ਰੋਂਦਾ ਵੀ ਹੈ ਉਹ ਵੀ ਝੂਠ ਨੂੰ ਰੋਂਦਾ ਹੈ, ਸੱਚਾਈ ਨੂੰ ਨਹੀਂ ਰੋਂਦਾ। ਜੇ ਕਿਤੇ ਅਸੀਂ ਭੈ ਦੇ ਵਿੱਚ ਰੋਣਾ ਸ਼ੁਰੂ ਕਰ ਦਈਏ ਫਿਰ ਅਸੀਂ ਗੁਨਾਹ ਨੂੰ ਸੰਭਾਲਾਂਗੇ। ਫਿਰ ਸਾਨੂੰ ਪਤਾ ਹੈ ਵੀ ਕਿਸੇ ਨੇ ਸਾਡੇ ਨਾਲ ਨਹੀਂ ਜਾਣਾ, ਜਿਨ੍ਹਾਂ ਵਾਸਤੇ ਅਸੀਂ ਆਪਣਾ ਜੀਵਨ ਗਵਾ ਰਹੇ ਹਾਂ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਭੈ ਰੋਵੈ ਗੁਣਸਾਰ ਸੰਭਾਲੇ, ਕੋ ਮਰੇ ਨਾ ਮੂਏ ਨਾਲੇ। ਕੋਈ ਕਿਸੇ ਦੇ ਨਾਲ ਨਹੀਂ ਜਾਂਦਾ, ਪਰ ਜੇ ਭੈ 'ਚ ਰੋਵਾਂਗੇ ਫਿਰ ਅਸੀਂ ਗੁਣਾਂ ਨੂੰ ਸੰਭਾਲਾਂਗੇ ਕਿ ਜੀਵ ਚਲੇ ਗਿਆ, ਆਪਣਾ ਜੀਵਨ ਹਾਰ ਗਿਆ। ਹੋ ਸਕਦਾ ਸਾਡੀ ਵੀ ਛੇਤੀ ਵਾਰੀ ਹੋਵੇ, ਕਿਉਂ ਨਾ ਅਸੀਂ ਜਿਸ ਕਾਰਜ ਨੂੰ ਆਏ ਹਾਂ ਉਹ ਕਾਰਜ ਕਰੀਏ। ਸੋ ਇਸ ਕਰਕੇ ਜੇ ਆਪਾਂ ਸੰਸਾਰੀ ਕੰਮਾਂ ਤੱਕ ਹੀ ਕਰਦੇ ਰਹੇ ਤੇ ਅੰਤ ਸਮੇਂ ਕੋਈ ਸਾਥ ਨਹੀਂ ਦਿੰਦਾ। ਕਬੀਰ ਦੀਨ ਗਵਾਇਓ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਭਾਵੇਂ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਆਪਣੇ ਹੱਥੀਂ ਆਪ ਹੀ ਕੁਹਾੜਾ ਮਾਰ ਲਿਆ, ਆਪਣਾ ਧਰਮ ਵੀ, ਆਪਣਾ ਜਿਸ ਕਾਰਜ ਆਏ ਉਹ ਦੁਨੀਆ ਵਾਸਤੇ ਨਹੀਂ ਕੀਤਾ, ਆਪਣਾ ਸਮਾਂ ਇੱਦਾਂ ਹੀ ਗਵਾ ਲਿਆ। ਅੰਤ ਸਮੇਂ ਦੁਨੀ ਨਾਲ ਨਹੀਂ ਜਾਂਦੀ, ਕੋਈ ਵੀ ਨਾਲ ਨਹੀਂ ਜਾ ਸਕਦਾ। ਇਹ ਨਹੀਂ ਵੀ ਉਹ ਜਾਂਦੇ ਨਹੀਂ, ਕਿਉਂਕਿ ਜਾ ਹੀ ਨਹੀਂ ਸਕਦੇ। ਪ੍ਰਭੂ ਦੇ ਹੁਕਮ ਤੋਂ ਬਿਨਾਂ ਕੋਈ ਮਰ ਨਹੀਂ ਸਕਦਾ, ਪ੍ਰਭੂ ਦੇ ਹੁਕਮ ਤੋਂ ਬਿਨਾਂ ਕੋਈ ਜੀ ਨਹੀਂ ਸਕਦਾ। ਹਰ ਬਿਨ ਕੋ ਮਾਰ ਜਵਾਲ ਨਾ ਸਕੈ, ਹਰੀ ਤੋਂ ਬਿਨਾਂ ਨਾ ਕੋਈ ਮਾਰ ਸਕਦਾ ਤੇ ਨਾ ਕੋਈ ਸਾਨੂੰ ਜੀਵਾਲ ਸਕਦਾ ਹੈ। ਸੋ ਇਸ ਕਰਕੇ ਸਮਝਾਉਂਦੇ ਨੇ ਕਿ ਇੱਦਾਂ ਜੀਵ ਬੇਗਾਨੇ ਦੇ ਵਾਸਤੇ ਹੱਸਦੇ ਵੀ ਨੇ ਤੇ ਬਾਹਰੋਂ ਸੋਗ ਕਰਦੇ ਨੇ, ਅੰਦਰੋਂ ਖੁਸ਼ ਵੀ ਹੁੰਦੇ ਨੇ। ਬਾਲ ਵਿਵਸਥਾ ਤੇ ਬਿਰਦਾਨਾ, ਤਿੰਨ ਅਵਸਥਾ ਨੇ। ਦੋ ਅਵਸਥਾ ਦੀ ਇੱਥੇ ਗੱਲ ਕੀਤੀ, ਇੱਕ ਬਾਲ ਵਿਵਸਥਾ ਤੇ ਇੱਕ ਬਿਰਧ ਅਵਸਥਾ। ਪਹੁੰਚ ਨਾ ਮੁੱਕਾ ਫਿਰ ਪਛਤਾਨਾ, ਕਹਿੰਦੇ ਫਿਰ ਪਛਤਾਉਣਾ ਪੈਂਦਾ ਹੈ। ਜਿਸ ਕਾਰਜ ਵਾਸਤੇ ਆਇਆ ਸੀ ਉੱਥੇ ਪਹੁੰਚਿਆ ਨਹੀਂ, ਚਾਹੇ ਬਚਪਨ ਹੈ। ਤਿੰਨ ਅਵਸਥਾ ਦੀ ਗੱਲ ਹੈ ਵੈਸੇ ਗੁਰਬਾਣੀ ਦੇ ਵਿੱਚ, ਇੱਥੇ ਦੋ ਦੀ ਕੀਤੀ, ਬਾਲ ਦੀ ਤੇ ਬਿਰਧ ਅਵਸਥਾ ਦੀ। ਵੈਸੇ ਮਹਾਰਾਜ ਸਮਝਾਉਂਦੇ ਨੇ ਤਿੰਨ ਅਵਸਥਾਵਾਂ ਨੇ ਸਾਡੀਆਂ। ਤਿੰਨੇ ਅਵਸਥਾ ਜੇ ਅਸੀਂ ਪ੍ਰਭੂ ਦੇ ਭਜਨ ਨਹੀਂ ਕੀਤਾ, ਤਿੰਨੇ ਵਿਅਰਥ ਨੇ। ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਜੇ ਭਜਨੇ ਨਹੀਂ ਕੀਤਾ, ਜਿਸ ਕਾਰਜ ਨੂੰ ਆਏ ਸੀ, ਜਿੱਥੇ ਅਸੀਂ ਪਹੁੰਚਣਾ ਸੀ, ਜਿਹੜੀ ਸਾਡੀ ਮੰਜ਼ਿਲ ਸੀ, ਜੇ ਉੱਥੇ ਪਹੁੰਚੇ ਹੀ ਨਾ ਅਸੀਂ, ਫਿਰ ਪਛਤਾਉਣਾ ਪੈਂਦਾ ਹੈ। ਜੇ ਆਪਾਂ ਪ੍ਰਭੂ ਨੂੰ ਮਿਲਣ ਦੇ ਵਾਸਤੇ ਤੁਰ ਪਈਏ, ਜੇ ਮਿਲੇ ਹੀ ਨਾ, ਫਿਰ ਅਸੀਂ ਜਿਹੜਾ ਚੱਲੇ ਵੀ ਵਿਅਰਥ ਹੈ। ਅਸੀਂ ਉਸ ਮਾਰਗ 'ਤੇ ਲੱਗੇ, ਉਸ ਪ੍ਰਭੂ ਨੂੰ ਮਿਲਣ ਵਾਸਤੇ, ਉਸ ਕਾਰਜ ਦੇ ਵਿੱਚ ਤਾਂ ਹੀ ਲੱਗੇ ਪ੍ਰਵਾਨ ਹਾਂ ਜੇ ਅਸੀਂ ਉਸ ਨੂੰ ਮਿਲ ਲਏ। ਜੇ ਲੱਗੇ ਰਹੇ ਪਰ ਮਿਲਾਪ ਨਹੀਂ ਹੋਇਆ, ਫਿਰ ਆਪਾਂ ਪ੍ਰਵਾਨ ਨਹੀਂ। ਮਹਾਰਾਜ ਸਮਝਾਉਂਦੇ ਨੇ, ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ।
ਸੋ ਇਸ ਕਰਕੇ ਸਮਝਾਉਂਦੇ ਨੇ ਕਿ ਫਿਰ ਜੀਵ ਪਛਤਾਉਂਦਾ ਹੈ। ਪਹੁੰਚ ਨਾ ਮੁੱਕਾ ਫਿਰ ਪਛਤਾਣਾ। ਪਹੁੰਚਿਆ ਹੀ ਨਹੀਂ। ਇੰਨੇ ਨੂੰ ਸਮਾਂ ਆ ਗਿਆ, ਜਿਹੜੀ ਆਪਾਂ ਨੂੰ ਮੋਹਲਤ ਦਿੱਤੀ ਸੀ ਵੀ ਇੰਨਾ ਸਮਾਂ ਹੈ, ਤੈਨੂੰ ਗਿਣ ਕੇ ਦਿੱਤਾ ਹੈ, ਗਿਣ ਕਾਲੇ ਸਭ ਦੇ ਵਿਸਾਸ ਨਾ ਵਧਣ ਘਟਣ ਤਿਲ ਸਾਲ। ਇੰਨੇ ਨੂੰ ਸਮਾਂ ਆ ਗਿਆ ਤੇ ਫਿਰ ਪਛਤਾਉਂਦਾ ਹੈ। ਤ੍ਰੈ ਗੁਣ ਮੈਂ ਵਰਤੈ ਸੰਸਾਰਾ। ਤ੍ਰੈ ਗੁਣਾਂ ਦੇ ਵਿੱਚ ਸਾਰਾ ਸੰਸਾਰ ਵਰਤ ਰਿਹਾ ਹੈ। ਨਰਕ ਸੁਰਗ ਫਿਰ ਅਵਤਾਰਾ। ਜਦ ਤੱਕ ਤ੍ਰੈ ਗੁਣਾਂ ਦੇ ਵਿੱਚ ਵਿਚਰਾਂਗੇ, ਚੌਥੇ ਪਦ ਦਾ ਗਿਆਨ ਨਹੀਂ ਲੈਂਦੇ, ਨਾਮ ਦਾ ਗਿਆਨ ਨਹੀਂ ਲੈਂਦੇ, ਕਿਉਂਕਿ ਨਾਮ ਕਿੱਥੇ ਹੈ? ਚੌਥੇ ਪਦ ਵਿੱਚ। ਗਤ ਸਾਡੀ ਕਿੱਥੇ ਹੋਣੀ ਹੈ? ਚੌਥੇ ਪਦ ਵਿੱਚ। ਤ੍ਰੈ ਗੁਣਾਂ ਦੇ ਵਿੱਚ ਗਤ ਨਹੀਂ ਹੋਣੀ। ਤੇ ਗਤ ਕਿਹਦੀ ਹੁੰਦੀ? ਜਿਹਨੂੰ ਪ੍ਰਭੂ ਕਿਰਪਾ ਕਰਕੇ ਨਾਮ ਦੇ ਨਾਲ ਲਾਉਂਦਾ ਹੈ, ਆਪਣੇ ਨਾਮ ਨਾਲ ਜੋੜ ਲੈਂਦਾ ਹੈ। ਉਹ ਚੌਥੇ ਪਦ ਵਿੱਚ ਫਿਰ ਗਤ ਪ੍ਰਾਪਤ ਕਰਦਾ ਹੈ, ਜਿਸ ਨੂੰ ਆਪਾਂ ਪੜ੍ਹਦੇ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ, ਕਰ ਕਿਰਪਾ ਜਿਸ ਆਪਨ ਨਾ ਲਾਵੈ, ਨਾਨਕ ਚੌਥੇ ਪਦ ਮੈਂ ਸੋ ਜਨ ਪਰਮਗਤ ਪਾਵੈ। ਸੋ ਇਸ ਕਰਕੇ ਸਮਝਾਉਂਦੇ ਨੇ ਫਿਰ ਤ੍ਰੈ ਗੁਣਾਂ 'ਚ ਵਰਤਦਾ ਰਹੇਗਾ ਸੰਸਾਰ, ਕਦੇ ਨਰਕ ਨੂੰ ਚਲੇ ਗਿਆ, ਕਦੇ ਸੁਰਗ ਨੂੰ। ਇੱਥੇ ਹੀ ਵਾਰ-ਵਾਰ ਉਸ ਨੂੰ ਜਨਮ ਲੈਣਾ ਪਏਗਾ, ਇੱਥੇ ਹੀ ਵਾਰ-ਵਾਰ ਜੂਨਾਂ ਦੇ ਵਿੱਚ ਆਉਣਾ ਪਏਗਾ। ਕਹੋ ਨਾਨਕ ਜੋ ਲਾਇਆ ਨਾਮ। ਤੇ ਹੁਣ ਸਤਿਗੁਰ ਸਮਝਾਉਂਦੇ ਨੇ ਵੀ ਜੋ ਪ੍ਰਭੂ ਨੇ ਨਾਮ ਦੇ ਵਿੱਚ ਲਾ ਲਿਆ, ਜਿਸ ਨੂੰ ਨਾਮ ਦਾ ਕਰਮ ਸੌਂਪ ਦਿੱਤਾ, ਜਿਸ ਨੂੰ ਨਾਮ ਦਾ ਖਜ਼ਾਨਾ ਸੌਂਪ ਦਿੱਤਾ, ਸਫਲ ਜਨਮ ਤਾ ਕਾ ਪ੍ਰਵਾਨ। ਫਿਰ ਉਸ ਦਾ ਜਨਮ ਸਫਲ ਹੋ ਜਾਂਦਾ ਹੈ, ਪ੍ਰਵਾਨ ਹੋ ਜਾਂਦਾ ਹੈ। ਜੇ ਨਾਮ ਨਾਲ ਮਨ ਵਿੱਚ ਨਹੀਂ ਵਸਾਇਆ, ਨਾਮ ਨੂੰ ਨਹੀਂ ਧਿਆਇਆ, ਨਾਮ ਦੇ ਨਾਲ ਨਹੀਂ ਜੁੜੇ, ਗੁਰ ਦਾ ਗਿਆਨ ਨਹੀਂ ਲਿਆ, ਪ੍ਰਕਾਸ਼ ਦੇ ਦਰਸ਼ਨ ਨਹੀਂ ਹੋਏ, ਮਿਲੇ ਨਹੀਂ, ਫਿਰ ਆਪਾਂ ਪ੍ਰਵਾਨ ਨਹੀਂ ਹਾਂ। ਇਸ ਕਰਕੇ ਪ੍ਰਵਾਨ ਤਾਂ ਹੀ ਹਾਂ ਜੇ ਨਾਮ ਦੇ ਨਾਲ ਜੁੜ ਜਾਈਏ, ਨਹੀਂ ਤਾਂ ਚਾਹੇ ਕੋਈ ਹੱਸਦਾ ਹੈ, ਚਾਹੇ ਕੋਈ ਰੋਂਦਾ ਹੈ, ਅਖੀਰ ਨੂੰ ਪਛਤਾਉਣਾ ਸਭ ਨੂੰ ਹੀ ਪੈਣਾ ਹੈ। ਜਦੋਂ ਸਮਾਂ ਆ ਗਿਆ, ਜਿਸ ਕਾਰਜ ਨੂੰ ਆਏ ਕਾਰਜ ਪੂਰਾ ਨਾ ਹੋਇਆ, ਤੇ ਫਿਰ ਸਾਨੂੰ ਪਛਤਾਉਣਾ ਪਏਗਾ, ਸਜ਼ਾ ਮਿਲੇਗੀ, ਫਿਰ ਸਾਨੂੰ ਦਰਗਾਹ ਦੇ ਵਿੱਚ ਥਾਂ ਨਹੀਂ ਮਿਲੇਗੀ। ਕਿਉਂਕਿ ਧਰਮਰਾਜ ਨੂੰ ਫਿਰ ਹੁਕਮ ਹੈ ਕਿ ਤੂੰ ਬੈਠ ਕੇ ਇਹਨਾਂ ਦਾ ਧਰਮ ਵਿਚਾਰ ਕੇ ਇਹਨਾਂ ਨੇ ਕੀ ਕੀਤਾ ਹੈ। ਧਰਮਰਾਜ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਵੀ ਹੁਣ ਤੈਨੂੰ ਦੁਸ਼ਟ ਆਤਮਾ ਦਿੱਤੀਆਂ ਨੇ, ਜਮ ਨੇ, ਇਹ ਤੇਰੀ ਸਰਕਾਰ ਹੈ, ਇਹਨਾਂ ਦੁਆਰਾ ਇਹਨਾਂ ਨੂੰ ਸਜ਼ਾ ਦੇ। ਸੋ ਆਓ ਆਪਾਂ ਹੁਣ ਆਪਣਾ ਜੁੜੀਏ, ਧਿਆਈਏ, ਮਨ ਨੂੰ ਜਗਾਈਏ। ਕਿਉਂਕਿ ਜੇ ਇੱਥੇ ਤੱਕ ਵਿਚਾਰਾਂ ਤੱਕ ਰਹੇ, ਮਨ ਨਹੀਂ ਜਾਗਦਾ। ਮਨ ਜਾਗਣਾ ਕਿਵੇਂ ਹੈ? ਗੁਰ ਨੂੰ ਸਿਮਰ ਕੇ। ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਪਹਿਲਾਂ ਗੁਰ ਦਾ ਗਿਆਨ ਲੈਣਾ, ਫਿਰ ਗੁਰ ਨੂੰ ਕਮਾਉਣਾ ਹੈ। ਗੁਰ ਬਾਰ-ਬਾਰ ਗੁਰ ਦਾ ਅਭਿਆਸ ਕਰਨਾ ਹੈ, ਉਹ ਗੁਰ ਦਾ ਸਿਮਰਨਾ ਹੈ, ਉਹਦੇ ਨਾਲ ਮਨ ਜਾਗਦਾ ਹੈ। ਸੋ ਆਓ ਕਿਵੇਂ ਕਰਨਾ ਹੈ ਅਭਿਆਸ, ਕਿਵੇਂ ਮਨ ਜਾਗਦਾ ਹੈ? ਜਿਨ੍ਹਾਂ ਦਾ ਸੁੱਤਾ ਹੈ। ਕਿਉਂਕਿ ਹੁਣ ਜਿਹੜੀ ਸੰਗਤ ਹੈ ਆਪਾਂ ਦੇਖਦੇ ਹਾਂ, ਤਕਰੀਬਨ ਉਹੀ ਸੰਗਤ ਹੈ ਰੋਜ਼ ਜਿਹੜੀ ਜਾਗੀ ਹੈ। ਜਿਨ੍ਹਾਂ ਨੂੰ ਚਾਅ ਹੈ ਵੀ ਆਓ ਸੰਗਤ 'ਚ ਬੈਠ ਕੇ ਪ੍ਰਭੂ ਦੀ ਵਿਚਾਰ ਸੁਣਨੀ ਹੈ, ਪ੍ਰਭੂ ਦੀ ਵਿਚਾਰ ਕਰ, ਨਾਮ ਨੂੰ ਧਿਆਉਣਾ ਹੈ, ਉਹੀ ਜੀਵ ਜਾਗੇ ਹੁੰਦੇ ਨੇ, ਉਹਨਾਂ ਦੀ ਪਹਿਚਾਣ ਹੈ। ਨਹੀਂ ਤਾਂ ਕੁਝ ਸਮੇਂ ਵਾਸਤੇ ਜੀਵ ਜਾਗਦਾ ਹੈ, ਫਿਰ ਸੌਂ ਜਾਂਦਾ ਹੈ। ਉਦੋਂ ਆਪਾਂ ਪੂਰਾ ਜਾਗੇ ਨਹੀਂ ਕਹਿ ਸਕਦੇ। ਜਾਗਦਾ ਉਹੀ ਹੈ ਜਿਹੜਾ ਜਿਹਦੇ ਅੰਦਰ ਹਰ ਵਕਤ ਇੱਕੋ ਹੀ ਚਾਅ ਹੈ ਕਿ ਆਪਾਂ ਪ੍ਰਭੂ ਦੀ ਵਿਚਾਰ ਸੁਣਨੀ ਹੈ, ਪ੍ਰਭੂ ਦੇ ਗੁਣਾਂ ਨੂੰ ਜਾਣਨਾ ਹੈ, ਪ੍ਰਭੂ ਦੇ ਨਾਲ ਧਿਆਨ ਲਾਉਣਾ ਹੈ। ਸਾਰੇ ਇਕੱਠੇ ਬੈਠ ਕੇ ਸੰਗਤ ਰੂਪ ਦੇ ਵਿੱਚ, ਚਾਹੇ ਆਪਾਂ ਘਰ ਹੀ ਬੈਠੇ ਹਾਂ, ਲੇਕਿਨ ਇਕੱਠੇ ਚੱਲਦੇ ਹਾਂ। ਕਿਉਂਕਿ ਅੱਗੇ ਸਾਡਾ ਘਰ ਸਾਰਿਆਂ ਦਾ ਇੱਕ ਹੈ, ਜਿੱਥੇ ਆਪਾਂ ਧਿਆਨ ਲਾਉਣਾ। ਸਰੀਰਾਂ ਕਰਕੇ ਬੇਸ਼ੱਕ ਆਪਾਂ ਦੂਰ ਦੂਰ ਬੈਠੇ ਹਾਂ, ਲੇਕਿਨ ਘਰ ਸਾਡਾ ਸਾਰਿਆਂ ਦਾ ਇੱਕ ਹੈ।
परमेश्वर एक है, साडा माता पिता एक है, साडा भोजन एक है, साडे अंदर जोत एक है। सो आओ किवें करना है, दोनों नेत्रां नूं एक करना है पहला दो, क्योंकि इस नेत्र ने सज्जे ने च समाना है। जदों ये नेत्र इधर समा गया, एक हो गए, तो साडा ये रस्ता बंद हो जाता है, सानू अपना नक दिसना बंद हो जाता है, ये मास दिसना बंद हो जाता है। इत्थे की दिसदा है? प्रकाश। सो आपां की देखना है, जेकर कोई नवा जीव है, उसने दोनों नेत्रां नूं इस पॉइंट ते दृष्टि फोकस करके ये देखना है कि नक दिसदा जां नहीं। जां आपां कह लई भी आपां ये देखना मैं एक दृष्ट हाँ कि नहीं, क्योंकि जे नक दिसे इत्थे ध्यान लाउण नाल असीं दो दृष्टि दे विच एक दृष्ट नहीं हाँ। जे इत्थे देखण दे नाल नक नहीं दिसदा, एक दृष्ट हाँ। इन्ना अपने आप नूं देखना है। जे दिसदा है नक, फिर आपां ये देखना कि किस पासे दिसदा है, ध्यान साडा किस पासे है, सज्जे है, खब्बे है जां विचाले है। इन्ना आपां देखांगे इत्थे दृष्टि फोकस करके इदां। फिर मैं आप जी नूं इत्थों आवाज़ देवांगा कि ध्यान सामने लैके आओ, फिर आपां सामने देखना है। फिर आवाज़ देवांगा कि ध्यान मस्तक के सामने लै जाओ, फिर उत्ते ध्यान ले जाना है, पलकां उत्ते चुक देनियां ने, मस्तक के सामने ध्यान ले जाओ, इधर नहीं लैके आना, अगे मस्तक के सामने। फिर जदों कवांगे सामने, फिर वापस सामने लैके आना। फिर जदों कवांगे सम करके देखो, फिर इस पॉइंट ते दृष्टि फोकस करके अपने आप नूं देखना है। जेकर पहला किसी जीव नूं नक नज़र आउंदा है, विश्वास दे नाल ध्यान लगाउणा है, फिर देखना है कि नक दिसणों हट गया। अगर दिसणों हट गया सी, एक दृष्ट हो गए। साडा यह नेत्र बंद इस पासे समा जाएगा, इस पासों आपां नूं दिसेगा, ये नेत्र बंद हो जाएगा, रास्ता बंद हो जाएगा साडा। इसनूं असुर नदी कहा है। आपां इस सूरज नूं पश्चिम वाले पासे लियावांगे। इधर पूर्व ते चंद्रमा होएगा, पश्चिम च सूरज होएगा, तो ये सूरज चंद्रमा ते पेगा, तो इस पासे प्रकाश होएगा। साडी रात चाननी होएगी, अंधेरी नहीं होएगी। जीवन रूपी रात चानन हो जाएगा। हुण अंधेरा है, जो कि गुर दे ज्ञान तो बिना चानन नहीं हुंदा। जे 100 सूरज चढ़ जाए, 1000 सूरज चढ़ जाए, 100 चंद्रमा चढ़ जाए, गुर तो बिना फिर भी अंधेरा है। सो आओ प्यारिओ, आओ पहला नेत्र सम करके अपने आप नूं देखिए। जे कोई नवा जीव उसने देखना है कि नक दिसदा, जे दिसदा है किस पासे तो दिसदा, सज्जे खब्बे। आओ करिए। सामने लेके आइए ध्यान, सामने देखिए। मस्तक दे सामने लै जाओ, पलक उत्ते चुको।
फिर सामने लेके आइए। फिर सम करके देखिए नक ते। देखना है कि जेकर कोई नवा जीव जे नक दिसदा सी उसने देखना कि हुण दिसनों हट गया, तो दूजे अपने प्रकाश रूप नूं देखना है। नीचे ले जो ध्यान, बिल्कुल रिलैक्स नीचे देखना है। थले जिथे आप बैठे जो थले कपड़ा विछया फर्श जो भी है उस तो थोड़ा उपर देखने की कोशिश करनी है, स्पेस दे विच, निराकार दे विच। इत्थे सानू प्रकाश अनुभव होना शुरू होएगा। जिमें पानी हुंदा इदां ही जिमें पानी दी लहरां हुंदियां ने, इत्थे सानू प्रकाश की एक हलचल अनुभव होएगी, क्योंकि अनुभव प्रकाश है, अनुभवी। और सम करके देखिए अपने आप नूं। फिर दृष्टि सम करके फोकस करके नक ते अपने आप नूं देखिए।
नीचे लै जाओ ध्यान फिर। सम करके देखिए फिर अपने आप नू, फिर दृष्टि सम करके अपने आप नू देखिए। फिर नीचे लै जाओ ध्यान। नीचे लै जाओ ध्यान।
सम करके देखे अपने आप ਨੂੰ। फिर नीचे ले जाते हैं। फिर सम करके देखिए अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਧਿਆਨ ਲਗਾਉਣਾ ਹੈ, ਸਮ ਕਰਨਾ ਹੈ, ਫਿਰ ਨੀਚੇ। ਫਿਰ ਜਦੋਂ ਮਨ ਇਸ ਰਤਿਆ ਜਾਂਦਾ ਹੈ ਆਪਣਾ ਨਿਰੰਕਾਰ ਦੇ ਵਿੱਚ, ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਹੈ। ਇੱਥੇ ਸਾਨੂੰ ਪ੍ਰਕਾਸ਼ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ। ਉਦੋਂ ਫਿਰ ਸਾਡਾ ਮਨ ਜਾਗਦਾ ਹੈ, ਮਾਇਆ ਦਾ ਨਸ਼ਾ ਉਤਰ ਜਾਂਦਾ ਹੈ, ਮਾਇਆ ਦਾ ਕੱਪੜਾ ਉਤਰ ਜਾਂਦਾ ਹੈ, ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ। ਆਪਣਾ ਰੂਪ ਵੀ ਪ੍ਰਕਾਸ਼ ਅਤੇ ਪਰਮੇਸ਼ਰ ਵੀ ਪ੍ਰਕਾਸ਼। ਆਪਾਂ ਉਸ ਦਾ ਰੂਪ ਹੋ ਜਾਂਦੇ ਹਾਂ, ਉਹ ਸਾਡਾ ਰੂਪ ਹੋ ਜਾਂਦਾ ਹੈ, ਕਿਉਂਕਿ ਇੱਕ ਹੋ ਜਾਂਦੇ ਹਾਂ। ਸੋ ਇੰਨੇ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।